ਕਿ ਇਹਨਾਂ ਨੇ ਹੁਣ ਐਲਾਨ ਕੀਤਾ ਕਿ ਜਿਹੜੀ ਪੰਜਾਬ ਦੇ ਵਿੱਚ ਨਸ਼ਿਆਂ ਦੇ ਖਿਲਾਫ ਲੜਾਈ ਹੈ, ਇਹ ਲੜਾਈ ਖੇਤੀ ਕਾਨੂੰਨਾਂ ਤੋਂ ਵੀ ਵੱਡੀ ਹੈ। ਇੱਥੇ ਮਾਨਸਾ ਦੇ ਵਿੱਚ ਇੱਕ ਬੰਦੇ ਨੇ ਜੇਲ੍ਹ ਦੇ ਵਿੱਚੋਂ ਬਾਹਰ ਆ ਕੇ ਇਹ ਗੱਲ ਕਹੀ ਹੈ ਕਿ ਜੇਲ੍ਹ ਦੇ ਵਿੱਚ ਨਸ਼ਾ ਤੁਸੀਂ ਲੈ ਸਕਦੇ ਹੋ, ਚਿੱਟਾ ਤੁਹਾਨੂੰ ਮਿਲ ਸਕਦਾ ਹੈ, ਬੈਰਕਾਂ ਕਿਰਾਏ ਤੇ ਮਿਲ ਸਕਦੀਆਂ। ਉਹ ਚਿੱਟਾ ਲੈਣ ਦੇ ਲਈ ਤੁਹਾਨੂੰ ਕੈਸ਼ ਦੀ ਲੋੜ ਨਹੀਂ ਹੈ, ਬਲਕਿ ਗੂਗਲ ਪੇ ਤੱਕ ਦੀ ਸਹੂਲਤ ਜੇਲ੍ਹ ਦੇ ਵਿੱਚ ਆ, ਉੱਥੇ ਤੁਸੀਂ ਲੈ ਸਕਦੇ ਹੋ। ਉਹ ਸਹੂਲਤ ਦੇ ਨਾਲ ਤੁਸੀਂ ਨਸ਼ਾ ਜਿਹੜਾ ਉਹ ਲੈ ਸਕਦੇ ਹੋ, ਆਪਣੀ ਤੋਟ ਪੂਰੀ ਕਰ ਸਕਦੇ ਹੋ। ਤੇ ਪਾਕਿਸਤਾਨ ਦੇ ਵਿੱਚੋਂ ਹੈਰੋਇਨ ਮੰਗਵਾ ਕੇ ਇੱਧਰ ਉਹਨਾਂ ਲੋਕਾਂ ਦੇ ਉੱਤੇ ਕੇਸ ਪਾ ਦਿੰਦੇ ਸੀ ਜਿਹੜੇ ਮਾੜੀ ਮੋਟੀ ਡਿਲੀਵਰੀ ਕਰਦੇ ਸੀ, ਤੇ ਆਪ ਇਹਦੀ ਆੜ ਦੇ ਵਿੱਚ ਬਹੁਤ ਵੱਡਾ ਇੱਕ ਨੈਟਵਰਕ, ਬਹੁਤ ਵੱਡਾ ਇੱਕ ਨੈਕਸਸ ਚਲਾ ਰਹੇ ਸੀਗੇ। ਵਿਵਸਥਾ ਇੰਨੀ ਖਰਾਬ ਹੈ, ਸਮਾਜਿਕ ਢਾਂਚਾ ਇਹੋ ਜਿਹਾ ਹੋ ਗਿਆ ਕਿ ਪਰਿਵਾਰਾਂ ਦੇ ਪਰਿਵਾਰ ਨਸ਼ਾ ਤਸਕਰੀ ਵਰਗੇ ਗਲਤਾਨ ਧੰਦੇ ਦੇ ਵਿੱਚ ਪੈ ਕੇ, ਰਾਤੋਂ ਰਾਤ ਅਮੀਰ ਹੋਣ ਦੇ ਚੱਕਰ ਦੇ ਵਿੱਚ ਪੈ ਕੇ ਕੋਰਟ ਕਚਹਿਰੀਆਂ ਦੇ ਵਿੱਚ ਫਸੇ ਨੇ, ਜ਼ਮਾਨਤਾਂ ਕਰਵਾ ਰਹੇ ਨੇ। ਇਸ ਨਸ਼ੇ ਦੇ ਕਰਕੇ 2014 ਦੇ ਵਿੱਚ ਅਕਾਲੀ ਦਲ ਨੂੰ ਪਾਰਲੀਮੈਂਟ ਜਿਹੜਾ ਇਲੈਕਸ਼ਨ ਹੋਏ ਸਨ ਉਹਦੇ ਵਿੱਚ ਮੂੰਹ ਦੀ ਖਾਣੀ ਪਈ ਸੀ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਪੈਸ਼ਲ ਰਿਪੋਰਟ। ਅੱਜ ਦੇ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੇ ਵਿੱਚ ਜਿਹੜੀ ਨਸ਼ਿਆਂ ਦੀ ਅਲਾਮਤ ਹੈ, ਇਸ ਸੰਬੰਧੀ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਨੂੰ ਇੱਕ ਵੱਡੇ ਲੋਕ ਰੋਹ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਨਸ਼ਿਆਂ ਦੇ ਖਿਲਾਫ ਜਿਹੜੀ ਉਹਨਾਂ ਦੀ ਲੜਾਈ ਵਿੱਢੀ ਹੋਈ ਹੈ, ਜਿਹਨੂੰ ਉਹਨਾਂ ਨੇ ਪਿੰਡਾਂ ਨੂੰ ਜਗਾਓ ਪਿੰਡਾਂ ਨੂੰ ਹਿਲਾਓ ਮੁਹਿੰਮ ਦਾ ਨਾਂ ਦਿੱਤਾ ਹੋਇਆ। ਉਹਦੇ ਤਹਿਤ ਹੁਣ ਪੰਜਾਬ ਭਰ ਦੇ ਵਿੱਚ ਰੋਸ ਮੁਜ਼ਾਹਰੇ ਕੀਤੇ ਤੇ ਧਰਨੇ ਦਿੱਤੇ। ਯੂਨੀਅਨ ਦੇ ਵਿੱਚ ਧਰਨਿਆਂ ਦੇ ਵਿੱਚ ਇੱਕ ਗੱਲ ਖਾਸ ਵਾਪਰੀ ਹੈ ਕਿ ਇਹਨਾਂ ਨੇ ਹੁਣ ਐਲਾਨ ਕੀਤਾ ਕਿ ਜਿਹੜੀ ਪੰਜਾਬ ਦੇ ਵਿੱਚ ਨਸ਼ਿਆਂ ਦੇ ਖਿਲਾਫ ਲੜਾਈ ਹੈ, ਇਹ ਲੜਾਈ ਖੇਤੀ ਕਾਨੂੰਨਾਂ ਤੋਂ ਵੀ ਵੱਡੀ ਹੈ। ਤੇ ਉਹਨਾਂ ਦੀ ਇਸ ਬਿਆਨ ਨੂੰ ਜਥੇਬੰਦੀ ਦੇ ਜਿਹੜੇ ਪ੍ਰਧਾਨ ਨੇ, ਖਾਸ ਕਰਕੇ ਜਦੋਂ ਉਹ ਸੰਬੋਧਨ ਕਰ ਰਹੇ ਸਨ, ਜੋਗਿੰਦਰ ਸਿੰਘ ਉਗਰਾਹਾਂ, ਤਾਂ ਸੰਗਰੂਰ ਦੇ ਵਿੱਚ, ਤਾਂ ਉਹਨਾਂ ਨੇ ਇਹ ਗੱਲ ਕਹੀ ਕਿ ਨਸ਼ਿਆਂ ਦੇ ਖਿਲਾਫ ਲੜਾਈ ਜਿਹੜੀ ਹੈ 3 ਖੇਤੀ ਕਾਨੂੰਨਾਂ ਨਾਲੋਂ ਵੀ ਵੱਡੀ ਲੜਾਈ ਹੈ, ਜਿਹਨੂੰ ਹਰ ਘਰ ਦੇ ਚੁੱਲ੍ਹੇ ਤੱਕ ਪਹੁੰਚਾਉਣ ਦੀ ਲੋੜ ਹੈ। ਉਹਨੇ ਵੀ ਕਿਹਾ ਕਿ ਹਰ ਜ਼ੁਬਾਨ ਤੇ ਚਿੱਟਾ ਖਤਮ ਹੋਣ ਦਾ ਹੋਕਾ ਹੋਣਾ ਚਾਹੀਦਾ ਹੈ। ਉਗਰਾਹਾਂ ਨੇ ਸਰਕਾਰਾਂ ਦੀ ਕਾਰਗੁਜ਼ਾਰੀ ਤੇ ਸਵਾਲ ਉਠਾਉਂਦਿਆਂ ਇਹ ਗੱਲ ਕਹੀ ਹੈ ਕਿ ਪੁਲਿਸ ਪ੍ਰਸ਼ਾਸਨ ਨੂੰ ਨਸ਼ਾ ਤਸਕਰਾਂ ਬਾਰੇ ਪਤਾ ਹੋਣ ਦੇ ਬਾਵਜੂਦ ਕਾਰਵਾਈ ਨਹੀਂ ਹੋ ਰਹੀ। ਨਸ਼ਿਆਂ ਦੇ ਵਪਾਰ ਦੇ ਵਿੱਚੋਂ ਅੰਨੇ ਮੁਨਾਫੇ ਤੇ ਨੌਜਵਾਨਾਂ ਦੀ ਮੱਤ ਮਾਰਨ ਦੇ ਦੋਹਰੇ ਲਾਹੇ ਖੱਟਣ ਵਾਲੇ ਗੱਠਜੋੜ ਦੇ ਖਿਲਾਫ ਉਹ ਕਹਿੰਦੇ ਲਾਮਬੰਦੀ ਦਾ ਅਸੀਂ ਸੱਦਾ ਦਿੰਦੇ ਹਾਂ। ਨਾਲ ਹੀ ਉਹਨਾਂ ਨੇ ਇੱਕ ਗੱਲ ਹੋਰ ਖਾਸ ਗੱਲ ਕਹੀ ਹੈ ਕਿ 7 ਸਤੰਬਰ ਤੋਂ ਲੈ ਕੇ 6 ਅਕਤੂਬਰ ਤੱਕ ਪਿੰਡਾਂ ਨੂੰ ਜਗਾਓ ਪਿੰਡਾਂ ਨੂੰ ਹਿਲਾਓ ਮੁਹਿੰਮ ਦਾ ਅਸੀਂ ਭਖਾਵਾਂਗੇ ਤੇ 30 ਸਤੰਬਰ ਤੱਕ ਪਿੰਡ-ਪਿੰਡ ਜਨਤਕ ਮੀਟਿੰਗਾਂ ਰੈਲੀਆਂ ਕਰਾਂਗੇ ਤੇ ਮਾਰੂ ਨਸ਼ਿਆਂ ਦੀ ਭੇਂਟ 'ਚ ਜਿਹੜੇ ਨੌਜਵਾਨ ਚੜ੍ਹੇ ਆ ਉਹਨਾਂ ਦੀਆਂ ਤਸਵੀਰਾਂ ਤੇ ਸੂਚੀਆਂ ਬਣਾਈਆਂ ਜਾਣਗੀਆਂ। 1 ਤੋਂ ਲੈ ਕੇ 6 ਅਕਤੂਬਰ ਤੱਕ ਇਹਨਾਂ ਤਸਵੀਰਾਂ ਸਮੇਤ ਪਿੰਡ ਪੱਧਰ ਤੇ ਰੋਸ ਮੁਜ਼ਾਹਰੇ ਕੀਤੇ ਜਾਣਗੇ ਤੇ 10 ਅਕਤੂਬਰ ਨੂੰ ਪੰਜਾਬ ਦੇ ਮੰਤਰੀਆਂ ਅਤੇ ਆਪ ਦੇ ਵਿਧਾਇਕਾਂ ਦੇ ਘਰਾਂ ਦੇ ਅੱਗੇ ਵਿਸ਼ਾਲ ਧਰਨੇ ਲਾਏ ਜਾਣਗੇ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਜਿਹੜੀ ਉਗਰਾਹਾਂ ਜਥੇਬੰਦੀ ਹੈ, ਇਹ ਇੱਕ ਬੜੀ ਡਿਸਪਲਿਨਡ ਜਥੇਬੰਦੀ ਮੰਨੀ ਜਾਂਦੀ ਹੈ ਤੇ ਇਹਨਾਂ ਦੇ ਵਿੱਚ ਸਾਡੀਆਂ ਜਿਹੜੀਆਂ ਬੀਬੀਆਂ, ਭੈਣਾਂ, ਮਾਵਾਂ ਨੇ, ਉਹਨਾਂ ਦੀ ਸ਼ਮੂਲੀਅਤ ਬਹੁਤ ਵੱਡੇ ਪੱਧਰ ਤੇ ਹੈ। ਪੰਜਾਬ ਦੇ ਵਿੱਚ ਮਾਲਵਾ ਬਹੁਤ ਵੱਡੇ ਇਲਾਕੇ ਨੂੰ ਕਵਰ ਕਰਦਾ, ਜਾਂ ਇਹ ਕਹਿ ਸਕਦੇ ਹਾਂ ਕਿ ਮਾਲਵੇ ਦੇ ਵਿੱਚ ਬਹੁਤ ਸਾਰੇ ਜ਼ਿਲ੍ਹੇ ਆਉਂਦੇ ਨੇ। ਪਟਿਆਲਾ ਤੋਂ ਲੈ ਕੇ ਤੇ ਇੱਧਰ ਫਾਜ਼ਿਲਕਾ ਤੱਕ ਦਾ ਇਲਾਕਾ ਜਿਹੜਾ ਸਾਰਾ ਇਹ ਮਾਲਵੇ ਦੇ ਵਿੱਚ ਆਉਂਦਾ ਤੇ ਇਹਦੇ ਨਾਲ-ਨਾਲ ਫਿਰੋਜ਼ਪੁਰ ਤੱਕ ਦਾ। ਇਹਦੇ ਨਾਲ-ਨਾਲ ਮਾਲਵੇ ਦੇ ਵਿੱਚ ਸਭ ਤੋਂ ਵੱਡੀਆਂ ਜਥੇਬੰਦੀਆਂ ਦੇ ਵਿੱਚੋਂ ਇੱਕ ਹੈ ਉਗਰਾਹਾਂ ਤੇ ਇਹ ਜਥੇਬੰਦੀ ਨੇ ਜਿਵੇਂ ਹੀ ਇਹ ਐਲਾਨ ਕੀਤਾ ਤਾਂ ਉਸ ਤੋਂ ਬਾਅਦ ਇਸ ਗੱਲ ਦੀ ਉੱਤੇ ਪੁਸ਼ਟੀ ਹੋ ਜਾਂਦੀ ਹੈ, ਪੁਖਤਾ ਹੋ ਜਾਂਦੀ ਹੈ ਇਹ ਗੱਲ ਕਿ ਅੱਜ-ਕੱਲ੍ਹ ਨਸ਼ਾ ਜਿਹੜਾ ਕਿ ਸਮਾਜਿਕ ਸਮੱਸਿਆ, ਇੱਕ ਬਿਮਾਰੀ ਹੈ, ਜਿਹੜਾ ਕਿ ਸਿਆਸੀ ਸਮੱਸਿਆ ਵੀ ਬਣਿਆ ਹੋਇਆ, ਉਹਦੇ ਬਾਬਤ ਹੁਣ ਲੋਕ ਰੋਹ ਇਕੱਠਾ ਹੋਣ ਲੱਗਿਆ। ਉਗਰਾਹਾਂ ਜਥੇਬੰਦੀ ਨੇ ਆਪਣਾ ਡਿਸਪਲਿਨ, ਆਪਣਾ ਅਨੁਸ਼ਾਸਨ ਟਿਕਰੀ ਮੋਰਚੇ ਦੇ ਉੱਤੇ ਸਾਬਤ ਕੀਤਾ ਤੇ ਜਿਹੜੀ ਇਹਨਾਂ ਨੇ ਇੱਕ ਗੱਲ ਹੋਰ ਕਹੀ ਹੈ, ਉਹ ਬੜੀ ਅਹਿਮ ਹੈ ਕਿ ਨਸ਼ਾ ਤਸਕਰਾਂ ਤੇ ਪੁਲਿਸ ਦਾ ਗੱਠਜੋੜ ਹੋ ਚੁੱਕਿਆ ਤੇ ਪੁਲਿਸ ਪ੍ਰਸ਼ਾਸਨ ਨਸ਼ਾ ਤਸਕਰਾਂ ਦੇ ਬਾਰੇ ਪਤਾ ਹੋਣ ਦੇ ਬਾਵਜੂਦ ਵੀ ਕਾਰਵਾਈ ਨਹੀਂ ਕਰਦੀ। ਅੱਜ ਹੀ ਇੱਕ ਖਬਰ ਦੇ ਮੁਤਾਬਕ ਫਿਰੋਜ਼ਪੁਰ ਤੋਂ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਆਪਣੇ ਸੀਨੀਅਰ ਪੁਲਿਸ ਅਧਿਕਾਰੀ ਨੂੰ ਚਿੱਠੀ ਲਿਖੀ ਹੈ ਤੇ ਉਹਦੇ ਵਿੱਚ ਉਹਨੇ ਇਹ ਗੱਲ ਕਹੀ ਆਪਣੀ ਚਿੱਠੀ ਦੇ ਵਿੱਚ ਕਿ ਜਦੋਂ ਵੀ ਅਸੀਂ ਕੋਈ ਰੇਡ ਕਰਦੇ ਹਾਂ ਜਾਂ ਅਸੀਂ ਕੋਈ ਤਸਕਰਾਂ ਤੇ ਕਾਰਵਾਈ ਕਰਦੇ ਹਾਂ ਤਾਂ ਸਾਡੇ ਹੀ ਮਹਿਕਮੇ ਦੇ ਵਿੱਚੋਂ ਕੁਝ ਕਾਲੀਆਂ ਭੇਡਾਂ ਨੇ, ਕੁਝ ਲੋਕ ਨੇ ਜਿਹੜੇ ਤਸਕਰਾਂ ਦੇ ਨਾਲ ਰਲੇ ਹੋਏ ਨੇ, ਉਹ ਸਿਵਲ ਦੇ ਵਿੱਚ ਰਹਿੰਦੇ ਆ ਤੇ ਉਹ ਉਹਨਾਂ ਨੂੰ ਜਾਣਕਾਰੀਆਂ ਦੇ ਦਿੰਦੇ, ਮਤਲਬ ਪੁਲਿਸ ਦੀ ਹਰ ਮੁਹਿੰਮ, ਹਰ ਮੋਰਚਾ ਫੇਲ ਸਾਬਤ ਹੋ ਜਾਂਦਾ ਹੈ। ਇਸੇ ਤਰ੍ਹਾਂ ਮਾਨਸਾ ਦੇ ਵਿੱਚ ਜਿੱਥੇ ਇੱਕ ਪਾਸੇ ਪ੍ਰਵਿੰਦਰ ਸਿੰਘ ਝੋਟਾ ਮਾਮਲੇ ਦੇ ਵਿੱਚ ਸਰਕਾਰ ਨੂੰ ਬਹੁਤ ਵੱਡੇ ਘਿਰਾਓ ਦਾ ਸਾਹਮਣਾ ਕਰਨਾ ਪੈ ਰਿਹਾ, ਉੱਥੇ ਮਾਨਸਾ ਦੇ ਵਿੱਚ ਇੱਕ ਬੰਦੇ ਨੇ ਜੇਲ੍ਹ ਦੇ ਵਿੱਚੋਂ ਬਾਹਰ ਆ ਕੇ ਇਹ ਗੱਲ ਕਹੀ ਹੈ ਕਿ ਜੇਲ੍ਹ ਦੇ ਵਿੱਚ
ਨਸ਼ਾ ਤੁਸੀਂ ਲੈ ਸਕਦੇ ਹੋ, ਚਿੱਟਾ ਤੁਹਾਨੂੰ ਮਿਲ ਸਕਦਾ ਹੈ, ਬੈਰਕਾਂ ਕਿਰਾਏ ਤੇ ਮਿਲ ਸਕਦੀਆਂ, ਤੁਸੀਂ ਆਪਣੇ ਆਰਾਮ ਦੇ ਮੁਤਾਬਕ ਬੈਰਕ ਲੈ ਸਕਦੇ ਹੋ। ਤੇ ਜੇਕਰ ਤੁਸੀਂ ਚਿੱਟਾ ਪੀਣ ਦੇ ਆਦੀ ਹੈ ਤੇ ਤੁਹਾਨੂੰ ਚਿੱਟਾ ਚਾਹੀਦਾ ਵਾ, ਤੇ ਤੁਸੀਂ ਉਹ ਚਿੱਟਾ ਲੈਣ ਦੇ ਲਈ ਤੁਹਾਨੂੰ ਕੈਸ਼ ਦੀ ਲੋੜ ਨਹੀਂ ਹੈ, ਬਲਕਿ ਗੂਗਲ ਪੇ ਤੱਕ ਦੀ ਸਹੂਲਤ ਜੇਲ੍ਹ ਦੇ ਵਿੱਚ ਆ, ਉੱਥੇ ਤੁਸੀਂ ਲੈ ਸਕਦੇ ਹੋ। ਉਹ ਸਹੂਲਤ ਦੇ ਨਾਲ ਤੁਸੀਂ ਨਸ਼ਾ ਜਿਹੜਾ ਉਹ ਲੈ ਸਕਦੇ ਹੋ, ਆਪਣੀ ਧੋਟ ਪੂਰੀ ਕਰ ਸਕਦੇ ਹੋ। ਇਸੇ ਤਰ੍ਹਾਂ ਕਈ ਦਿਨ ਪਹਿਲਾਂ ਇਹ ਖਬਰ ਆਈ ਸੀ ਕਿ ਰਾਜਜੀਤ ਹੁੰਦਲ ਦੇ ਮਾਮਲੇ ਨੂੰ ਤੁਸੀਂ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਰਾਜਜੀਤ ਤੇ ਇੰਦਰਜੀਤ ਸਿੰਘ ਇਹ ਪਾਕਿਸਤਾਨ ਤੋਂ ਹੈਰੋਇਨ ਮੰਗਵਾਉਂਦੇ ਸੀਗੇ, ਤੇ ਪਾਕਿਸਤਾਨ ਦੇ ਵਿੱਚੋਂ ਹੈਰੋਇਨ ਮੰਗਵਾ ਕੇ ਇੱਧਰ ਉਹਨਾਂ ਲੋਕਾਂ ਦੇ ਉੱਤੇ ਕੇਸ ਪਾ ਦਿੰਦੇ ਸੀ ਜਿਹੜੇ ਮਾੜੀ-ਮੋਟੀ ਡਿਲੀਵਰੀ ਕਰਦੇ ਸੀ, ਤੇ ਆਪ ਇਹਦੀ ਆੜ ਦੇ ਵਿੱਚ ਬਹੁਤ ਵੱਡਾ ਇੱਕ ਨੈਟਵਰਕ, ਬਹੁਤ ਵੱਡਾ ਇੱਕ ਨੈਕਸਸ ਚਲਾ ਰਹੇ ਸੀਗੇ। ਹੁਣ ਫਿਰੋਜ਼ਪੁਰ ਤੋਂ ਜਿਹੜੀ ਚਿੱਠੀ ਲਿਖੀ ਗਈ ਹੈ ਪੁਲਿਸ ਅਧਿਕਾਰੀ ਵੱਲੋਂ, ਇਸ ਮਾਮਲੇ ਦੇ ਵਿੱਚ ਤੁਸੀਂ ਦੇਖੋ ਕਿ ਇਹ ਸਾਬਿਤ ਕਰਦੀ ਹੈ ਕਿ ਵਾਕਈ ਪੁਲਿਸ ਤੰਤਰ ਦੇ ਵਿੱਚ ਕੁਝ ਕਾਲੀਆਂ ਭੇਡਾਂ ਜ਼ਰੂਰ ਨੇ, ਜਿਨ੍ਹਾਂ ਨੇ ਇਸ ਅਲਾਮਤ ਨੂੰ, ਇਸ ਬਿਮਾਰੀ ਨੂੰ ਸਗੋਂ ਹੋਰ ਵਧਾਇਆ। ਪੁਲਿਸ ਦਾ ਕੰਮ ਤਾਂ ਨਸ਼ਾ ਰੋਕਣਾ ਨਾ, ਤੇ ਜੇਕਰ ਪੁਲਿਸ ਨਸ਼ਾ ਤਸਕਰਾਂ ਦੇ ਨਾਲ ਰਲੀ ਹੈ ਤੇ ਨਸ਼ਾ ਰੁਕੂਗਾ ਕਿਵੇਂ? ਇਸ ਦੀ ਵੀ ਇੱਕ ਹੋਰ ਮਿਸਾਲ ਦਿੱਤੀ ਜਾ ਸਕਦੀ ਹੈ ਕਿ ਤਰਨਤਾਰਨ ਤੋਂ ਕੱਲ ਇੱਕ ਖਬਰ ਸੀਗੀ, ਤਰਨਤਾਰਨ ਦੇ ਵਿੱਚ ਪੰਡੋਰੀ ਗੋਲਾ ਪਿੰਡ ਹੈ, ਉੱਥੇ ਇੱਕ 62 ਸਾਲਾ ਬੰਦੇ ਨੇ ਆਪਣੇ ਨਸ਼ੇੜੀ ਪੁੱਤ ਦਾ ਕਤਲ ਕਰ ਦਿੱਤਾ, ਜਿਹੜਾ ਕਿ 32 ਕੁ ਸਾਲ ਦਾ ਸੀਗਾ। ਸੁਖਰਾਜ ਸਿੰਘ ਉਹਦਾ ਨਾਂ ਦੱਸਿਆ ਗਿਆ ਹੈ। ਹੁਣ ਥਾਣਾ ਸਦਰ ਤਰਨਤਾਰਨ ਦੀ ਪੁਲਿਸ ਨੇ ਕੇਸ ਦਰਜ ਕੀਤਾ ਹੈ, ਤੇ ਮ੍ਰਿਤਕ ਦੀ ਮਾਤਾ ਅਮਰਜੀਤ ਕੌਰ ਇਹ ਗੱਲ ਦੱਸਦੀ ਹੈ ਕਿ ਉਸਦੇ ਪਤੀ ਗੁਰਮੇਜ ਸਿੰਘ ਨੇ ਸੁਖਰਾਜ ਸਿੰਘ ਤੇ ਤੇਜ਼ਧਾਰ ਹਥਿਆਰ ਦੇ ਨਾਲ ਹਮਲਾ ਕੀਤਾ ਤੇ ਜ਼ਖਮੀ ਹੋ ਗਿਆ ਉਹ। ਉਸ ਤੋਂ ਬਾਅਦ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹਦੀ ਮੌਤ ਹੋ ਗਈ। ਉਹ ਨਸ਼ੇ ਕਰਦਾ ਸੀ, ਪਰਿਵਾਰਕ ਮੈਂਬਰਾਂ ਦੇ ਨਾਲ ਝਗੜਾ ਕਰਦਾ ਸੀ। ਝਗੜੇ ਤੋਂ ਬਾਅਦ ਉਹਦੇ ਤੇ ਤੇਜ਼ਧਾਰ ਹਥਿਆਰ ਦੇ ਨਾਲ ਵਾਰ ਹੁੰਦਾ ਤੇ ਪਿਤਾ ਹੱਥੋਂ ਪੁੱਤ ਕਤਲ ਹੋ ਗਿਆ। ਸਾਡੇ ਪੰਜਾਬ ਦੇ ਵਿੱਚ ਨਸ਼ੇ ਦੀ ਸਮੱਸਿਆ ਇੰਨੀ ਵੱਡੀ ਹੈ ਕਿ ਇੱਥੇ ਸਕੇ ਭੈਣ ਭਰਾਵਾਂ ਤੇ ਨਸ਼ਾ ਤਸਕਰੀ ਦੇ ਇਲਜ਼ਾਮ ਲੱਗ ਰਹੇ ਨੇ। ਵਿਵਸਥਾ ਇੰਨੀ ਖਰਾਬ ਹੈ, ਸਮਾਜਿਕ ਢਾਂਚਾ ਇਹੋ ਜਿਹਾ ਹੋ ਗਿਆ ਕਿ ਪਰਿਵਾਰਾਂ ਦੇ ਪਰਿਵਾਰ ਨਸ਼ਾ ਤਸਕਰੀ ਵਰਗੇ ਗਲਤਾਨ ਧੰਦੇ ਦੇ ਵਿੱਚ ਪੈ ਕੇ, ਰਾਤੋਂ ਰਾਤ ਅਮੀਰ ਹੋਣ ਦੇ ਚੱਕਰ ਦੇ ਵਿੱਚ ਪੈ ਕੇ ਕੋਰਟ ਕਚਹਿਰੀਆਂ ਦੇ ਵਿੱਚ ਫਸੇ ਨੇ, ਜ਼ਮਾਨਤਾਂ ਕਰਵਾ ਰਹੇ ਨੇ। ਇੱਥੇ ਪਿਓ ਪੁੱਤਾਂ ਨੂੰ ਮਾਰ ਰਿਹਾ, ਇੱਥੇ ਨਸ਼ੇ ਕਰਕੇ ਅੱਜ ਕੋਈ ਧੀ ਭੈਣ ਸੁਰੱਖਿਅਤ ਨਹੀਂ ਹੈ, ਤੇ ਸਰਕਾਰਾਂ, ਜਿਹੜਾ ਇਹ ਸਿਆਸੀ, ਜਦੋਂ ਮੈਂ ਕਹਿਣਾ ਕਿ ਸਿਆਸੀ ਮੁੱਦਾ ਬਣ ਗਿਆ, ਇਸ ਨਸ਼ੇ ਦੇ ਕਰਕੇ 2014 ਦੇ ਵਿੱਚ ਅਕਾਲੀ ਦਲ ਨੂੰ ਮੈਂ ਪਾਰਲੀਮੈਂਟ ਜਿਹੜਾ ਇਲੈਕਸ਼ਨ ਹੋਏ ਸਨ ਉਹਦੇ ਵਿੱਚ ਮੂੰਹ ਦੀ ਖਾਣੀ ਪਈ ਸੀ। 2017 ਦੇ ਵਿੱਚ ਉਹਨਾਂ ਨੂੰ ਇਤਿਹਾਸਕ ਹਾਰ ਦਾ ਸਾਹਮਣਾ ਕਰਨਾ ਪਿਆ। ਬੀਐਸਐਫ ਦੇ ਵਿਰੁੱਧ ਧਰਨੇ ਲਾਉਣ ਤੋਂ ਲੈ ਕੇ ਇੱਥੇ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੇ ਵਿਰੁੱਧ ਸਹੁੰ ਚੁੱਕੀ ਸੀ 4 ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰਨ ਦੀ। ਇੱਥੇ ਭਗਵੰਤ ਮਾਨ ਤੇ ਕੇਜਰੀਵਾਲ ਇਹ ਕਹਿ ਚੁੱਕੇ ਨੇ ਕਿ 4 ਮਹੀਨਿਆਂ ਦੇ ਵਿੱਚ ਨਸ਼ਾ ਖਤਮ ਕਰਾਂਗੇ, ਪਰ ਹੋਇਆ ਕੀ? ਸਰਕਾਰਾਂ ਦੇ ਵਿੱਚ ਵਿਲ ਪਾਵਰ ਹੀ ਨਹੀਂ ਦਿਖ ਰਹੀ। ਸਰਕਾਰਾਂ ਦੇ ਵਿੱਚ ਉਹ ਜਨੂੰਨ ਹੀ ਨਹੀਂ ਦਿਖ ਰਿਹਾ ਜਿਹੜਾ ਨਸ਼ੇ ਨੂੰ ਖਤਮ ਕਰ ਸਕੇ। ਪਰਵਿੰਦਰ ਸਿੰਘ ਝੋਟੇ ਦਾ ਮਾਮਲਾ ਲੈ ਲਓ ਤੁਸੀਂ, ਪੁਲਿਸ ਦੀ ਤੰਤਰ ਦੀ ਗੱਲ ਚੱਲੀ ਹੈ, ਫਿਰੋਜ਼ਪੁਰ ਦੀ ਉਦਾਹਰਨ ਦੇ ਦਿੱਤੀ ਹੈ, ਰਾਜਜੀਤ ਸਿੰਘ ਹੁੰਦਲ ਦੀ ਉਦਾਹਰਨ ਦੇ ਦਿੱਤੀ ਹੈ, ਇੰਦਰਜੀਤ ਸਿੰਘ ਦੀ ਉਦਾਹਰਨ ਦੇ ਦਿੱਤੀ ਹੈ। ਇਹਦੇ ਨਾਲ-ਨਾਲ ਹੋਰ ਬਥੇਰੀਆਂ ਉਦਾਹਰਨਾਂ ਨੇ। ਪੁਲਿਸ ਦਾ ਹਾਲ ਇੱਥੋਂ ਤੱਕ ਹੋਇਆ ਪਿਆ ਕਿ ਜੇਲ੍ਹਾਂ ਦੀ ਵਿਵਸਥਾ ਦੇ ਬਾਰੇ ਤੁਹਾਨੂੰ ਦੱਸ ਦਿੱਤਾ ਹੈ ਕਿ ਆਹ ਹਾਲ ਨੇ। ਹਾਈ ਕੋਰਟ ਨੇ ਇੱਕ ਮਾਮਲੇ ਦੇ ਵਿੱਚ ਜਿਹੜੀ ਹੈ ਇਹ ਗੱਲ ਕਹੀ ਹੈ ਕਿ ਜਿਹੜੇ ਲੋਕ ਨਜਾਇਜ਼ ਮਾਈਨਿੰਗ ਕਰਦੇ ਆ, ਉੱਥੇ ਪੁਲਿਸ ਦੀ ਮਿਲੀਭੁਗਤ ਹੈ। ਪੁਲਿਸ ਦੀ ਮਿਲੀਭੁਗਤ ਤੋਂ ਬਿਨਾਂ ਨਜਾਇਜ਼ ਮਾਈਨਿੰਗ ਹੋ ਹੀ ਨਹੀਂ ਸਕਦੀ, ਹਾਈ ਕੋਰਟ ਦਾ ਕਥਨ ਹੈ। ਤੁਹਾਡੀ ਜੇਲ੍ਹ ਸਿਸਟਮ ਚਰਮਰਾ ਗਿਆ ਵਾ, ਤੁਹਾਡਾ ਜੋ ਲੋਕਲ ਪ੍ਰਸ਼ਾਸਨ ਆ ਉਹ ਚਰਮਰਾ ਗਿਆ ਵਾ, ਤੁਹਾਡੀ ਪੁਲਿਸ ਦੇ ਉੱਤੇ ਐਲੀਗੇਸ਼ਨ ਲੱਗ ਰਿਹਾ ਕਿ ਇਹਨੇ ਨਸ਼ਾ ਤਸਕਰਾਂ ਦੇ ਨਾਲ ਮਿਲੇ ਹੋਏ ਨੇ। ਤੁਹਾਡੀ ਪੁਲਿਸ ਦੇ ਵਿੱਚੋਂ ਬੰਦੇ ਉੱਠ ਕੇ ਕਹਿ ਰਹੇ ਨੇ ਕਿ ਜਦੋਂ ਅਸੀਂ ਕਿਤੇ ਰੇਡ ਕਰਦੇ ਹਾਂ ਜਾਂ ਜਦੋਂ ਅਸੀਂ ਕਿਸੇ ਨੂੰ ਫੜਦੇ ਹਾਂ ਤਾਂ ਸਾਡੇ ਹੀ ਬੰਦੇ ਉਹਨਾਂ ਨੂੰ ਜਾਣਕਾਰੀਆਂ ਦੇ ਦਿੰਦੇ ਆ, ਜਿਹੜੀਆਂ ਕਾਲੀਆਂ ਭੇਡਾਂ ਨੇ। ਤੁਹਾਡੇ ਹੀ ਲੋਕਾਂ ਦੇ ਉੱਤੇ ਨਵਦੀਪ ਸਿੰਘ ਵਰਗੇ ਜਿਹੜੇ ਲੋਕਾਂ ਦੇ ਪੁੱਤ ਨੂੰ ਖੁਦਕੁਸ਼ੀ ਕਰਨ ਦੇ ਲਈ ਉਕਸਾਉਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਨੇ। ਸੋ ਕਿਹੋ ਜਿਹੀ ਵਿਵਸਥਾ ਦਾ ਅਸੀਂ ਸਾਹਮਣਾ ਕਰ ਰਹੇ ਹਾਂ, ਤੇ ਇਹੋ ਜਿਹੇ ਮਾਮਲੇ ਦੇ ਵਿੱਚ ਜੇਕਰ ਲੋਕ ਸੰਗਠਿਤ ਨਾ ਹੋਣ, ਜੇਕਰ ਲੋਕ ਇਕਜੁੱਟ ਨਾ ਹੋਣ, ਤਾਂ ਹੋਰ ਉਹਨਾਂ ਕੋਲੇ ਚਾਰਾ ਕੀ ਬਚਦਾ ਹੈ? ਤੁਸੀਂ ਦੇਖੋ ਕਿ ਮਾਲਵੇ ਦੇ ਬਹੁਤ ਵੱਡੇ ਪਿੰਡਾਂ ਨੇ ਕਮੇਟੀਆਂ ਬਣਾਈਆਂ ਨੇ। ਇਹ ਕਮੇਟੀਆਂ ਨਸ਼ਾ ਤਸਕਰੀ ਦੇ ਵਿਰੁੱਧ ਇਕਜੁੱਟ ਹੋਈਆਂ ਨੇ, ਤਸਕਰਾਂ ਦਾ ਸਮਾਜਿਕ ਬਾਈਕਾਟ ਕਰਨ ਦੇ ਸੱਦੇ ਹੋਏ ਨੇ। ਉਹਨਾਂ ਨੂੰ ਬਕਾਇਦਾ ਇਹ ਕਿਹਾ ਗਿਆ ਕਿ ਜਿਹੜਾ ਬੰਦਾ ਇਸ ਧੰਦੇ ਦੇ ਵਿੱਚ ਗਲਤਾਨ ਹੋਊਗਾ, ਕੋਈ ਨੰਬਰਦਾਰ, ਸਰਪੰਚ ਉਹਦੀ ਜ਼ਮਾਨਤ ਤੱਕ ਨਹੀਂ ਕਰਾਊਗਾ। ਇੱਥੋਂ ਤੱਕ ਵੀ ਕਿਹਾ ਗਿਆ। ਇੱਥੇ ਪੰਜਾਬ ਦੇ ਵਿੱਚ ਨਸ਼ੇੜੀ ਪੁੱਤਾਂ ਨੇ ਪਿਓ ਦੇ ਚੁਬਾਰੇ ਢਾਹ ਕੇ ਗਰਿੱਲਾਂ ਤੱਕ ਵੇਚ ਦਿੱਤੀਆਂ। ਆਪਣੇ ਕਈ ਇਹੋ ਜਿਹੀਆਂ ਖਬਰਾਂ ਵੀ ਦੇਖੀਆਂ ਜਿੱਥੇ ਨਿੱਜੀ ਰਿਸ਼ਤਿਆਂ ਨੂੰ ਦੇਹ ਵਪਾਰ ਦੇ ਧੰਦੇ ਤੱਕ ਉਹਨਾਂ ਨੇ ਗਲਤਾਨ ਕਰ ਦਿੱਤਾ, ਪਰ ਸਰਕਾਰਾਂ ਨਹੀਂ ਉੱਠੀਆਂ। ਤੇ ਇਸ ਮਾਮਲੇ ਦੇ ਵਿੱਚ ਉਗਰਾਹਾਂ ਨਾਂ ਦੀ ਜਥੇਬੰਦੀ ਉੱਠੀ ਹੈ, ਤੇ ਉਗਰਾਹਾਂ ਜਥੇਬੰਦੀ ਜਿਹੜੀ ਹੈ ਉਹ ਇੰਨੀ ਕੁ ਡਿਸਪਲਿਨਡ, ਉਹਨਾਂ ਨੇ ਟਿਕਰੀ ਬਾਰਡਰ ਤੇ ਸਾਬਿਤ ਕੀਤਾ ਵਾ
ਕਿ ਸਾਡੇ 'ਚ ਮਾਦਾ ਅਸੀਂ ਪ੍ਰੋਟੈਸਟ ਵੀ ਕਰ ਸਕਦੇ ਹਾਂ, ਸਾਡੇ 'ਚ ਮਾਦਾ ਅਸੀਂ ਸਰਕਾਰ ਦੇ ਨਾਲ ਲੜ ਵੀ ਸਕਦੇ ਹਾਂ ਔਰ ਠੀਕ ਹੈ ਉਹਨਾਂ ਦਾ ਇੱਕ ਆਈਡੀਓਲੋਜੀਕਲ ਸਟੈਂਡ ਆ ਔਰ ਆਪਣੇ ਸਟੈਂਡ ਤੇ ਉਹ ਪੱਕੇ ਨੇ। ਜੋਗਿੰਦਰ ਉਗਰਾਹਾਂ ਨੇ ਇਹ ਗੱਲ ਸਾਫ਼ ਕਰ ਦਿੱਤੀ ਹੈ ਕਿ ਇਹ ਜਿਹੜੀ ਸਿਆਸੀ ਸਮੱਸਿਆ ਹੈ, ਜਿਹੜੀ ਸਮਾਜਿਕ ਸਮੱਸਿਆ ਹੈ, ਜਿਹਨੇ ਸਾਡਾ ਸਮਾਜਿਕ ਤਾਣਾ-ਬਾਣਾ ਬੁਰੀ ਤਰ੍ਹਾਂ ਦੇ ਨਾਲ ਉਲਝਾ ਕੇ ਰੱਖ ਦਿੱਤਾ, ਅਸੀਂ ਇਹਨੂੰ ਜੜ੍ਹ ਤੋਂ ਪੁੱਟ ਦਿਆਂਗੇ। ਤੇ ਹੁਣ ਇਸੇ ਕਰਕੇ ਕਿਹਾ ਜਾ ਰਿਹਾ ਕਿ ਜਿਹੜੇ ਟਰੈਕਟਰ ਨੇ ਉਹ ਚਿੱਟਾ ਹੁੰਜਣਗੇ। ਸੋ ਬਹੁਤ ਵੱਡੀ ਉਗਰਾਹਾਂ ਜਥੇਬੰਦੀ ਨੇ ਇੱਕ ਜ਼ਿੰਮੇਵਾਰੀ ਓਟੀ ਹੈ ਤੇ ਤੁਸੀਂ ਹੈਰਾਨ ਹੋ ਜਾਓਗੇ ਕਿ ਪੰਜਾਬ ਦੇ ਵਿੱਚ 14 ਮਹੀਨਿਆਂ ਦੇ ਵਿੱਚ 1400 ਕਿਲੋਗ੍ਰਾਮ ਚਿੱਟਾ ਜਿਹੜਾ ਉਹ ਫੜਿਆ ਗਿਆ। ਇਹ ਤਾਂ ਉਹ ਜਿਹੜੀ ਅਮਾਊਂਟ ਆ ਜਾਂ ਉਹ ਜਿਹੜਾ ਚਿੱਟਾ ਵਾ ਜਿਹੜਾ ਫੜਿਆ ਗਿਆ ਤੇ ਜਿਹੜਾ ਲੰਘ ਗਿਆ ਵਾ ਜਿਹਦੇ ਉੱਤੇ ਕਾਰਵਾਈ ਨਹੀਂ ਹੋ ਸਕੀ, ਜਿਹਨੂੰ ਫੜਿਆ ਨਹੀਂ ਜਾ ਸਕਿਆ, ਜਿਹੜਾ ਤਾਂ ਹੁਣ ਤੱਕ ਲੋਕਾਂ ਦੀਆਂ ਨਾੜਾਂ ਦੇ ਵਿੱਚ ਹੋਊਗਾ। ਤਾਂ ਉਹ ਕਿੱਡੀ ਵੱਡੀ ਇੱਕ ਅਮਾਊਂਟ ਹੋਊਗੀ, ਕਿੱਡੀ ਵੱਡੀ ਮਾਤਰਾ ਹੋਊਗੀ। ਸੋ ਇਸ ਕਰਕੇ ਹੁਣ ਕਿਸਾਨ ਇਕਜੁੱਟ ਹੋਏ ਨੇ ਔਰ ਇਹ ਇੱਕ ਬਹੁਤ ਵੱਡਾ ਸਮਾਜਿਕ ਮਸਲਾ ਬਣ ਚੁੱਕਿਆ ਹੈ, ਸਿਆਸੀ ਮੁੱਦਾ ਵੀ ਹੈ ਨਸ਼ਿਆਂ ਦਾ ਮੁੱਦਾ ਔਰ ਇੱਥੇ ਬਹੁਤ ਕੁਛ ਨਸ਼ਿਆਂ ਦੇ ਨਾਂ ਤੇ ਹੁੰਦਾ ਰਿਹਾ, ਨਸ਼ਿਆਂ ਨੂੰ ਲੈ ਕੇ ਹੁੰਦਾ ਰਿਹਾ, ਨਸ਼ਿਆਂ ਤੇ ਸਿਆਸਤ ਹੁੰਦੀ ਰਹੀ ਹੈ, ਪਰ ਅਸਲ ਦੇ ਵਿੱਚ ਇੱਕ ਕੰਸਟਰਕਟਿਵ ਰੋਡ ਮੈਪ ਦੀ ਜ਼ਰੂਰਤ ਸੀ। ਹੁਣ ਨਸ਼ਾ ਕਮੇਟੀਆਂ ਬਣੀਆਂ ਨੇ, ਨਸ਼ਾ ਕਮੇਟੀਆਂ ਤਾਂ ਫੜ ਕੇ ਤਸਕਰ ਨੂੰ ਪੁਲਿਸ ਦੇ ਹਵਾਲੇ ਕਰ ਦੇਣਗੀਆਂ। ਤਾਂ ਪੁਲਿਸ ਨੇ ਜੇਕਰ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਨੀ, ਪੁਲਿਸ ਜੇ ਕਾਰਵਾਈ ਕਰੂਗੀ ਤਾਂ ਉਹਨੂੰ ਜੇਲ੍ਹ 'ਚ ਭੇਜ ਦੇਊਗੀ। ਜੇਕਰ ਤੁਹਾਡਾ ਜੇਲ੍ਹ ਸਿਸਟਮ ਹੀ ਚਰਮਰਾ ਗਿਆ ਵਾ, ਜੇਕਰ ਉੱਥੇ ਗੂਗਲ ਪੇ ਦੇ ਉੱਤੋਂ ਚਿੱਟਾ ਲਿਆ ਜਾ ਸਕਦਾ, ਜੇਕਰ ਉੱਥੇ ਬੈਰਕਾਂ ਮਿਲ ਰਹੀਆਂ ਨੇ, ਤਾਂ ਸਰਕਾਰ ਕਿੱਥੇ ਹੈ? ਸਰਕਾਰ ਦੀ ਵਿਲ ਪਾਵਰ ਕਿੱਥੇ ਹੈ? ਸਰਕਾਰ ਦੇ ਕੋਲੇ ਕੋਈ ਏਜੰਡਾ ਕਿੱਥੇ ਹੈ? ਸੋ ਲੋਕ ਹੁਣ ਇਕੱਠੇ ਹੋਏ ਨੇ ਇਸ ਮਾਮਲੇ ਦੇ ਵਿੱਚ। ਉਗਰਾਹਾਂ ਜਥੇਬੰਦੀ ਦਾ ਕਾਡਰ ਬਹੁਤ ਵੱਡਾ, ਪੰਜਾਬ ਦਾ ਬਹੁਤ ਵੱਡਾ ਹਿੱਸਾ ਇਹ ਜਥੇਬੰਦੀ ਕਵਰ ਕਰਦੀ ਹੈ ਤੇ ਇਸ ਜਥੇਬੰਦੀ ਦੇ ਵਿੱਚ ਇੰਨਾ ਕੁ ਮਾਦਾ ਹੈ ਕਿ ਇਹ ਪੰਜਾਬ ਦੀ ਇਸ ਲੜਾਈ ਨੂੰ ਬਹੁਤ ਵੱਡੇ ਪੱਧਰ ਤੇ ਲਿਜਾ ਸਕਦੀ ਹੈ। ਤੋ ਨਸ਼ਾ ਜਿਹਨੇ ਰੋਕਣਾ ਹੈ, ਸਰਕਾਰਾਂ ਨੇ ਰੋਕਣਾ ਵਾ, ਉਹ ਫੇਲ ਸਾਬਤ ਹੋਈਆਂ ਨੇ, ਚਾਹੇ ਉਹ ਅਕਾਲੀਆਂ ਦੀ ਸਰਕਾਰ ਹੋਵੇ, ਕਾਂਗਰਸ ਦੀ ਸਰਕਾਰ ਹੋਵੇ, ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ ਜਾਂ ਪੁਲਿਸ ਨੇ ਰੋਕਣਾ ਹੈ। ਪਰ ਪੁਲਿਸ ਤਾਂ ਖੁਦ ਕਹਿ ਰਹੀ ਹੈ ਕਿ ਸਾਡੇ ਬੰਦੇ ਰਲੇ ਹੋਏ ਹੈ। ਸੋ ਵਿਗੜੇ ਹਾਲਾਤਾਂ ਦਾ ਜਾਇਜ਼ਾ ਤੁਸੀਂ ਇੱਥੋਂ ਲਾ ਸਕਦੇ ਹੋ ਕਿ 1400 ਕਿਲੋਗ੍ਰਾਮ ਦੀ ਜਿਹੜੀ ਮੈਂ ਮਾਤਰਾ ਦੱਸ ਕੇ ਹਟਿਆ ਵਾਂ, ਇਹਨੇ ਇਹ ਉਹ ਹੈ ਜਿਹੜੀ ਫੜੀ ਗਈ ਹੈ ਔਰ ਪਿਛਲੇ 10 ਸਾਲਾਂ ਤੋਂ ਨਸ਼ਿਆਂ ਨੇ ਪੰਜਾਬ ਦੀ ਜਵਾਨੀ ਦਾ, ਪੰਜਾਬ ਦੇ ਸਮਾਜਿਕ ਸਿਸਟਮ ਦਾ ਜੋ ਨੁਕਸਾਨ ਕੀਤਾ ਵਾ, ਜੋ ਘਾਣ ਕੀਤਾ ਵਾ, ਇਹਦੇ ਵਿਰੁੱਧ ਲੋਕ ਲਹਿਰ ਦੀ ਇੱਕ ਬਹੁਤ ਵੱਡੀ ਜ਼ਰੂਰਤ ਸੀ। ਮਾਨਸਾ ਦੇ ਵਿੱਚ ਪ੍ਰੋਟੈਸਟ ਹੋਏ ਨੇ, ਚੱਲ ਰਹੇ ਨੇ। ਉਹ ਪ੍ਰੋਟੈਸਟਾਂ ਦੇ ਵਿੱਚ ਵੱਡੀ ਪੱਧਰ ਤੇ ਲੋਕਾਂ ਨੇ ਸ਼ਮੂਲੀਅਤ ਵੀ ਕੀਤੀ ਹੈ, ਹਿੱਸੇਦਾਰੀ ਵੀ ਪਾਈ ਹੈ। ਪਰ ਅਸਲ ਦੇ ਵਿੱਚ ਬੇਸ਼ੱਕ ਲੋਕ ਉੱਠਣ, ਲੋਕਾਂ ਦਾ ਕੰਮ ਹੈ ਵਿਸਲ ਬਲੋਰਿੰਗ ਕਰਨਾ, ਪਰ ਜਿੰਨਾ ਚਿਰ ਸਰਕਾਰ ਦਾ ਢਾਂਚਾ, ਜਿੰਨਾ ਚਿਰ ਸਰਕਾਰ ਦੇ ਪ੍ਰਬੰਧਨ ਦੇ ਵਿੱਚੋਂ ਇਹ ਚੀਜ਼ਾਂ ਪ੍ਰਤੀ ਹਾਂ ਪੱਖੀ ਹੁੰਗਾਰਾ ਨਹੀਂ ਮਿਲਦਾ, ਉਹਨਾਂ ਚਿਰ ਲੋਕ ਮੋਰਚੇ ਤਾਂ ਲਾ ਲੈਣਗੇ, ਲੋਕ ਇਸ ਸਮੱਸਿਆ ਦੇ ਨਾਲ ਨਜਿੱਠ ਵੀ ਲੈਣਗੇ, ਪਰ ਇਹਨੂੰ ਮੂਲੋਂ ਖਤਮ ਕਰਨਾ, ਇਹਨੂੰ ਜੜੋਂ ਖਤਮ ਕਰਨਾ ਇੱਕ ਬਹੁਤ ਵੱਡੀ ਚੁਣੌਤੀ ਹੋਊਗੀ। ਪਰ ਉਗਰਾਹਾਂ ਜਥੇਬੰਦੀ ਨੇ ਸਾਬਤ ਕੀਤਾ ਔਰ ਕਿਸਾਨੀ ਅੰਦੋਲਨ ਨੇ ਸਾਬਤ ਕੀਤਾ ਕਿ ਲੋਕ ਜਦੋਂ ਉੱਠ ਖੜਨ, ਉਦੋਂ ਸਰਕਾਰਾਂ ਵੀ ਭੌਂਦੀਆਂ ਨੇ, ਸਰਕਾਰਾਂ ਵੀ ਆਪਣੀ ਜ਼ਿੱਦ ਛੱਡਦੀਆਂ ਨੇ ਤੇ ਤੁਹਾਡੀ ਜਿਹੜੀ ਜਿੱਤ ਆ ਉਹ ਵੀ ਯਕੀਨੀ ਹੈ। ਸੋ ਅੱਜ ਹਰੇਕ ਪਰਿਵਾਰ ਪੰਜਾਬ ਦਾ ਨਸ਼ੇ ਤੋਂ ਸਿੱਧੇ ਜਾਂ ਅਸਿੱਧੇ ਤਰੀਕੇ ਦੇ ਨਾਲ ਪੀੜਤ ਹੈ। ਲੋਕ ਆਪਣੇ ਪੁੱਤਾਂ ਦੇ ਕਤਲ ਕਰ ਰਹੇ ਨੇ, ਜਿਹੜੇ ਪੁੱਤਾਂ ਨੂੰ ਉਹਨਾਂ ਨੇ ਹੱਥੀਂ ਪਾਲਿਆ ਵਾ। ਇਸ ਤੋਂ ਵੱਡੀ ਸਮਾਜਿਕ ਸਮੱਸਿਆ ਕੀ ਹੋਊਗੀ? ਸੋ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਇਹਨਾਂ ਦੇ ਵਿਧਾਇਕਾਂ, ਮੰਤਰੀਆਂ, ਸੰਤਰੀਆਂ ਨੂੰ ਇਸ ਮਾਮਲੇ ਦੇ ਵਿੱਚ ਬਹੁਤ ਵੱਡੇ ਜਨ ਵਿਰੋਧ ਦਾ ਸਾਹਮਣਾ ਕਰਨਾ ਪਊਗਾ, ਜਿਹੋ ਜਿਹਾ ਉਹਨਾਂ ਨੇ ਐਲਾਨ ਕੀਤਾ ਹੈ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।